ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਵਾਹਿਗੁਰੂ ਸਾਹਿਬ ਜੀਓ। ਮਹਲਾ ਦੂਜਾ। ਜੋਗ ਸ਼ਬਦੰ ਗਿਆਨ ਸ਼ਬਦੰ, ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ, ਸ਼ੂਦਰ ਸ਼ਬਦੰ ਪ੍ਰਾਕ੍ਰਿਤ ਸਰਬ ਸ਼ਬਦੰ ਏਕ ਸ਼ਬਦੰ, ਜੇ ਕੋ ਜਾਣੈ ਭਇਓ ਨਾਨਕ ਤਾ ਕਾ ਦਾਸ ਹੈ, ਸੋਈ ਨਿਰੰਜਨ ਦੇਓ। ਮਹਲਾ ਦੂਜਾ। ਏ ਕ੍ਰਿਸ਼ਨੰ ਸਰਬ ਦੇਵਾ, ਦੇਵ ਦੇਵਾਤਾ ਆਤਮਾ, ਆਤਮਾ ਵਾਸੁਦੇਵ ਸੈ, ਜੇ ਕੋ ਜਾਣੈ ਭਇਓ ਨਾਨਕ ਤਾ ਕਾ ਦਾਸ ਹੈ, ਸੋਈ ਨਿਰੰਜਨ ਦੇਓ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਬਿਰਾਜਮਾਨ 10 ਪਾਤਸ਼ਾਹੀਆਂ ਦੇ ਆਤਮਕ ਸਵਰੂਪ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਤਿੰਨਾਂ ਦੀ ਪਾਵਨ ਪਵਿੱਤਰ ਮੁਬਾਰਕ ਗੋਦ ਵਿੱਚ ਜੁੜ ਬੈਠੇ ਸਤਿਕਾਰਯੋਗ ਗੁਰੂ ਪਿਆਰ ਵਾਲਿਓ, ਵੱਡਿਆਂ ਭਾਗਾਂ ਵਾਲੇ ਹਾਂ ਜੀ। ਸਤਿਗੁਰੂ ਜੀ ਦੀ ਆਸੀਸ ਮਿਹਰਾਮਤ ਬਖਸ਼ਿਸ਼ ਕਿਰਪਾਲਤਾ ਦੇ ਸਦਕਾ ਮਹਾਰਾਜ ਜੀ ਦੀ ਪਵਿੱਤਰ ਹਾਜ਼ਰੀ ਵਿੱਚ ਜੁੜ ਕੇ ਸਤ ਸੰਗਤ ਦਾ ਆਨੰਦ ਮਾਣਦੇ ਹਾਂ ਜੀ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਕੁੱਲ 63 ਸ਼ਲੋਕ ਸੁਭਾਈਮਾਨ ਹਨ ਜੀ। ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਮਿਹਰਾਮਾਂ ਦੇ ਸਦਕਾ ਜਿਸ ਪਵਿੱਤਰ ਸ਼ਲੋਕ ਦਾ ਪਾਠ ਆਪਾਂ ਨੇ ਸਰਵਣ ਕੀਤਾ ਹੈ ਜੀ, ਇਹ ਸ਼ਲੋਕ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਮੁਬਾਰਕ ਅੰਗ ਨੰਬਰ 469 ਦੇ ਉੱਤੇ ਸੁਭਾਈਮਾਨ ਹਨ ਜੀ। ਆਓ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਮਿਹਰਾਮਾਂ ਦੇ ਸਦਕਾ ਇਹਨਾਂ ਸ਼ਲੋਕਾਂ ਦੀ ਆਪਸ ਦੇ ਅੰਦਰ ਵਿਚਾਰ ਸਾਂਝੀ ਕਰ ਸਕੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਇੱਕੇ ਵਾਰ ਕਹਿਣ ਤੇ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੀ ਮਿਹਰਾਮਤ ਕਿਰਪਾ ਬਖਸ਼ਿਸ਼ ਕੀਤੀ ਹੈ ਜੀ। ਇਸ ਸ਼ਲੋਕ ਦੇ ਜ਼ਰੀਏ ਸਾਨੂੰ ਕਾਦਰ ਨਿਰੰਕਾਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਨਾਲ ਜੁੜਨ ਦੀ ਗੁਰਦੇਵ ਪਾਤਸ਼ਾਹ ਜੀ ਨੇ ਸਿੱਖਿਆ ਜਿਹੜੀ ਹੈ ਉਹ ਦੇਣੀ ਕੀਤੀ ਹੈ ਜੀ। ਜਦੋਂ ਆਪਾਂ ਮਨੂਵਾਦੀ ਵਿਚਾਰ ਦੇ ਮੁਤਾਬਕ ਵੇਖਦੇ ਆ, ਪੜ੍ਹਦੇ ਹਾਂ, ਤੇ ਇਹ ਸੰਸਾਰ 4 ਵਰਨਾਂ ਦੇ ਵਿੱਚ ਆਮ ਤੌਰ 'ਤੇ ਵੰਡਿਆ ਹੋਇਆ ਸਾਨੂੰ ਨਜ਼ਰੀ ਆਉਂਦਾ ਹੈ ਜੀ। ਜਿਵੇਂ ਖੱਤਰੀ, ਬ੍ਰਾਹਮਣ, ਸ਼ੂਦ ਅਤੇ ਵੈਸ਼
ਖੱਤਰੀ ਦਾ ਜਿਹੜਾ ਕਰਮ ਹੈ ਉਹ ਸੁਰਮ ਗਤੀ ਵਾਲਾ ਮੰਨਿਆ ਜਾਂਦਾ ਰਿਹਾ। ਵੈਸ਼ ਦਾ ਕਰਮ ਸੀ ਵਪਾਰੀ ਦਾ, ਅਤੇ ਜਿਹੜਾ ਬ੍ਰਾਹਮਣ ਹੈ, ਬ੍ਰਾਹਮਣ ਧਾਰਮਿਕ ਕਰਮ ਕਰਦਾ ਹੈ, ਲੋਕਾਂ ਦੇ ਪਾਸੋਂ ਦਾਨ ਲੈਂਦਾ ਹੈ। ਤੇ ਜਿਹੜਾ ਸ਼ੂਦਰ ਹੈ, ਸ਼ੂਦਰ ਇਹਨਾਂ ਸਾਰਿਆਂ ਦਾ ਗੁਲਾਮ ਹੁੰਦਾ ਹੈ। ਸ਼ੂਦਰ ਦਾ ਫਰਜ਼ ਹੋਇਆ ਕਰਦਾ ਕਿ ਇਹਨਾਂ ਸਾਰਿਆਂ ਦੀ ਸੇਵਾ ਕਰੇ। ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਿਚਾਰਧਾਰਾ ਜਿਹੜੀ ਹੈ, ਬਾਬੇ ਨਾਨਕ ਦੇ ਘਰ ਦਾ ਜੋ ਸਿਧਾਂਤ ਹੈ, ਇਹ ਬੜਾ ਕਮਾਲ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਦੀ ਵੀ ਉਪਦੇਸ਼ ਅਲੱਗ-ਅਲੱਗ ਨਹੀਂ ਕਿਸੇ ਨੂੰ ਦਿੱਤਾ। ਬਾਬੇ ਨਾਨਕ ਦੇ ਘਰ ਦਾ ਉਪਦੇਸ਼ ਇੱਕ ਹੈ। ਪਾਤਸ਼ਾਹ ਦੀ ਬਾਣੀ ਚਾਪ ਜੀ ਸਰਵਣ ਕਰਦੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਅਜੋਕੇ ਸਮੇਂ ਦੇ ਅੰਦਰ ਸਾਡੇ ਸਿੱਖ ਜਗਤ ਦੇ ਵਿੱਚ ਵੀ ਕਈ ਸੱਜਣ ਇਹ ਬਾਤ ਆਮ ਤੌਰ ਤੇ ਕਰਦੇ ਨਜ਼ਰੀ ਪੈ ਜਾਂਦੇ ਨੇ ਕਿ ਵੇਖੋ ਜੀ, ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਵਿੱਚ ਸਾਰਿਆਂ ਨੂੰ ਬਰਾਬਰਤਾ ਹੈ। ਆਪ ਜੀ ਹਰਿਮੰਦਰ ਸਾਹਿਬ ਜਾਵੋ, ਸੱਚੇ ਪਾਤਸ਼ਾਹ ਨੇ ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਰਖਾਏ ਨੇ। ਕੋਈ ਵੀ ਜਾਵੇ, ਕਿਸੇ ਵੀ ਜਾਤ ਸ਼੍ਰੇਣੀ ਮਜ਼ਹਬ ਦੇ ਨਾਲ ਸੰਬੰਧ ਰੱਖਣ ਵਾਲਾ ਹੋਵੇ ਜਾਵੇ, ਦਰਵਾਜ਼ੇ 4 ਨੇ, ਸਿਧਾਂਤ 4 ਨਹੀਂ ਜੀ। ਸਿਧਾਂਤ ਸਾਰਿਆਂ ਦੇ ਵਾਸਤੇ ਇੱਕ ਜੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ 4 ਸਰੂਪ ਨਹੀਂ, 8 ਸਰੂਪ ਇੱਕ ਹੈ, ਵਿਚਾਰਧਾਰਾ ਇੱਕ ਹੈ। ਕਹਿਣ ਤੋਂ ਭਾਵ ਪਾਤਸ਼ਾਹ ਜੀ ਦੀ ਸੋਚ ਵਿਚਾਰਧਾਰਾ ਕਿੱਡੀ ਕਮਾਲ ਦੀ ਹੈ ਕਿ ਦਰਵਾਜ਼ਿਆਂ ਦੇ ਨਾਲ, ਦਰਵਾਜ਼ਿਆਂ ਦੀ ਮਹਾਨਤਾ ਦੇ ਨਾਲ ਨਹੀਂ ਕਿਸੇ ਨੂੰ ਜੋੜਿਆ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੇ ਤੂੰ ਬ੍ਰਾਹਮਣ ਹੈ ਤੈਨੂੰ ਮਾਣ ਹੋਵੇਗਾ, ਤੂੰ ਸੋਚਦਾ ਹੋਵੇਂਗਾ ਜਦੋਂ ਸ਼ੁੱਧਰ ਗਿਆ ਉਸ ਰਸਤੇ ਰਾਹੀਂ ਮੈਂ ਕਿਉਂ ਜਾਵਾਂ। ਮਹਾਰਾਜ ਕਹਿੰਦੇ, ਜੇ ਤੂੰ ਬ੍ਰਾਹਮਣ ਹੈ ਆ ਨਿਕਲ ਕੇ ਆ ਦਰਵਾਜ਼ੇ ਰਾਹੀਂ ਕਿਸੇ ਵੀ, ਪਰ ਜਦੋਂ ਬੈਠੇਗਾ ਗੁਰੂ ਨਾਨਕ ਦੇ ਘਰ ਦੇ ਵਿੱਚ ਇੱਕ ਬਰਾਬਰਤਾ ਦੇ ਨਾਲ ਤੈਨੂੰ ਬੈਠਣਾ ਪਵੇਗਾ। ਹੁਕਮਨਾਮੇ 4 ਨਹੀਂ ਆਉਣਗੇ, ਹੁਕਮਨਾਮਾ ਇੱਕ ਆਵੇਗਾ। ਉਸ ਹੁਕਮਨਾਮੇ ਨੂੰ ਖੱਤਰੀ ਵੀ ਮੰਨੂਗਾ, ਸ਼ੂਦਰ ਵੀ ਮੰਨੂਗਾ, ਤੇ ਬ੍ਰਾਹਮਣ ਵੀ ਮੰਨੂਗਾ, ਤੇ ਵੈਸ਼ ਵੀ ਮੰਨੇਗਾ। ਸੱਚੇ ਪਾਤਸ਼ਾਹ ਜੀ ਨੇ ਸਿਧਾਂਤ ਦੀ ਗੱਲ ਕੀਤੀ ਹੈ, ਸਿਧਾਂਤ ਦੇ ਨਾਲ ਸਾਨੂੰ ਜੁੜਿਆ ਹੈ, ਕਿਉਂਕਿ ਸਿਧਾਂਤ ਹੀ ਸਭ ਤੋਂ ਵੱਡਾ ਹੈ। ਸਕੂਲ ਦੇ ਡਿਸਿਪਲਿਨ, ਸਕੂਲ ਦਾ ਕਾਨੂੰਨ ਨਿਯਮ ਜਿਹੜੇ ਨੇ, ਉਹ ਸਕੂਲ ਦੇ ਵਿੱਚ ਪੜ੍ਹਨ ਵਾਲੇ ਬੱਚੇ ਨੂੰ ਕਾਮਯਾਬ ਬਣਾ ਦਿਆ ਕਰਦੇ ਨੇ। ਗੁਰਦੇਵ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਗੱਲ ਕੀਤੀ, ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ। ਸ਼ਬਦੰ ਦਾ ਅਰਥ ਹੈ ਗੁਰੂ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਨਿਕਲਿਆ ਹੋਇਆ ਪਵਿੱਤਰ ਬਚਨ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੋਗ ਦਾ ਧਰਮ ਹੈ ਗਿਆਨ ਦੀ ਪ੍ਰਾਪਤੀ ਕਰਨਾ, ਬ੍ਰਹਮ ਦੀ ਵਿਚਾਰ ਕਰਨਾ। ਇਹ ਜੋਗੀਆਂ ਦੇ ਹਵਾਲੇ ਆਉਂਦਾ ਸੀ, ਜੋਗੀਆਂ ਦਾ ਕਰਮ ਮੰਨਿਆ ਜਾਂਦਾ ਸੀ ਕਿ ਜੋਗ ਜਿਹੜਾ, ਜੋਗ ਦਾ ਵੈਸੇ ਅਰਥ ਹੀ ਹੋਇਆ ਕਰਦਾ ਕਿ ਮਿਲਿਆ ਹੋਇਆ, ਜਿੰਦੇ ਕੋਲ ਜੁਗਤੀ ਹੈ, ਤਰੀਕਾ ਹੈ, ਜਿਹੜਾ ਰੱਬ ਜੀ ਦੇ ਬਿਲਕੁਲ ਨਜ਼ਦੀਕ ਹੋ ਚੁੱਕਾ ਹੈ, ਉਹਨੂੰ ਸਮੇਂ ਦੇ ਮੁਤਾਬਕ ਲੋਕ ਜੋਗੀ ਕਹਿ ਦਿੰਦੇ ਸਨ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ, ਕਹਿੰਦੇ ਜੋਗ ਦਾ ਧਰਮ ਹੈ ਗਿਆਨ ਦੀ ਪ੍ਰਾਪਤੀ ਕਰਨਾ। ਗਿਆਨ ਦੀ ਪ੍ਰਾਪਤੀ ਧਾਰਮਿਕ ਗ੍ਰੰਥਾਂ ਦੇ ਵਿੱਚ ਹੁੰਦੀ ਹੈ, ਤੇ ਬ੍ਰਾਹਮਣ ਦਾ ਕਰਮ ਹੈ ਕਿ ਧਾਰਮਿਕ ਵੇਦਾਂ ਦਾ ਜ਼ਿਕਰ ਕਰਨਾ, ਉਹਨਾਂ ਦੀ ਵਿਚਾਰ ਕਰਨੀ, ਉਹਨਾਂ ਦੇ ਸਿਧਾਂਤ ਨੂੰ ਪੜ੍ਹ ਕੇ ਦੁਨੀਆ ਤੇ ਇੱਕ ਅਸਲ ਸੱਚਾਈ ਨੂੰ ਉਜਾਗਰ ਕਰ ਦੇਣਾ। ਪਰ ਸਮੇਂ ਦੇ ਮੁਤਾਬਕ ਵੇਖਿਆ ਗਿਆ ਇਹ ਸਾਰੇ ਹੀ ਆਪਣੇ ਸਿਧਾਂਤ ਤੋਂ ਕਿਤੇ ਨਾ ਕਿਤੇ ਉਲਟ ਹੁੰਦੇ ਨਜ਼ਰੀ ਪੈ ਗਏ। ਜਿਵੇਂ ਬਾਬੇ ਨਾਨਕ ਨੇ ਜਪਜੀ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਜ਼ਿਕਰ ਕੀਤਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਜੋਗੀਆਂ ਦਾ ਜੀਵਨ ਵੇਖਿਆ ਨਾ, ਜੋਗੀ ਲੋਕਾਂ ਨੇ ਆਪਣੇ ਕੰਨਾਂ ਦੇ ਅੰਦਰ ਮੁੰਦਰਾਂ ਪਾਈਆਂ ਹੋਈਆਂ ਨੇ, ਉਹਨਾਂ ਨੇ ਆਪਣੇ ਨਾਲ ਇੱਕ ਮਸ਼ੱਕਤ ਬੰਨੀ ਹੋਈ ਹੈ, ਉਹਨਾਂ ਦੇ ਪਾਸ ਇੱਕ ਡੰਡਾ ਵੀ ਹੈ, ਪਿੰਡੇ ਤੇ ਸਵਾਹ ਮਲੀ ਹੈ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜੋਗੀਆਂ ਦੀ ਵਿਚਾਰ ਹੋਈ ਤੇ ਜੋਗੀ ਕਹਿਣ ਲੱਗੇ, ਬਾਬਾ ਜੇ ਕਿਤੇ ਤੂੰ ਸਾਡੇ ਪੰਥ ਦੇ ਵਿੱਚ ਆ ਜਾਵੇਂ ਨਾ ਤੇ ਬਾਬਾ ਤੈਨੂੰ ਪਰਮਾਤਮਾ ਵਾਹਿਗੁਰੂ ਜੀ ਦੇ ਮਿਲਾਪ ਹੋ ਜਾਵੇਗਾ।
ਤੇ ਬਾਬੇ ਨੇ ਪੁੱਛਣਾ ਕੀਤਾ ਕਿ ਤੁਹਾਡੇ ਪੰਥ ਵਿੱਚ ਆਉਣ ਦਾ ਤਰੀਕਾ ਕਿਹੜਾ ਹੈ। ਤੇ ਜੋਗੀ ਨੇ ਦੱਸਣਾ ਕੀਤਾ ਵੀ ਤੁਹਾਨੂੰ ਕੰਨਾਂ 'ਚ ਮੁੰਦਰਾਂ ਪਾਣੀਆਂ ਪੈਣਗੀਆਂ, ਖੱਪਰ ਬਣਨੀ ਪਵੇਗੀ, ਤੁਹਾਨੂੰ ਪਿੰਡੇ ਤੇ ਸਵਾਹ ਮਲਣੀ ਪਵੇਗੀ, ਆਪਣੇ ਹੱਥ ਵਿੱਚ ਡੰਡਾ ਰੱਖਣਾ ਪਵੇਗਾ, ਗ੍ਰਸਤ ਨੂੰ ਤਿਆਗ ਕੇ ਬੀਆਬਾਨ ਜੰਗਲਾਂ ਦੇ ਅੰਦਰ ਹੀ ਤੁਹਾਨੂੰ ਰਹਿ ਕੇ ਗੁਜ਼ਾਰਾ ਕਰਨਾ ਪਵੇਗਾ। ਬਾਬੇ ਨਾਨਕ ਨੇ ਜਦੋਂ ਇਹਨਾਂ ਦਾ ਸਿਧਾਂਤ ਸੁਣਿਆ ਤੇ ਬਾਬੇ ਨਾਨਕ ਨੇ ਕਹਿਣਾ ਕੀਤਾ, ਜੋਗੀ ਜੀ ਕੀ ਫਾਇਦਾ ਫਿਰ ਘਰ ਛੱਡਣ ਦਾ, ਗ੍ਰਸਤ ਛੱਡਣ ਦਾ, ਜੇ ਮੁੜ ਕੇ ਤੁਸੀਂ ਫਿਰ ਗ੍ਰਸਤੀਆਂ ਦੇ ਘਰੇ ਮੰਗਣ ਚਲੇ ਜਾਂਦੇ ਹੋ। ਇਦੋਂ ਚੰਗਾ ਤੇ ਇਹੀ ਹੈ ਨਾ ਕਿ ਤੁਸੀਂ ਜਿਹੜੇ ਪ੍ਰਮਾਤਮਾ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਪਰਿਵਾਰਾਂ ਵਾਲੇ ਬਣੇ ਹੋ, ਉਹਨਾਂ ਪਰਿਵਾਰਾਂ ਵਿੱਚ ਰਹਿ ਕੇ, ਗ੍ਰਸਤ ਵਿੱਚ ਰਹਿ ਕੇ ਪ੍ਰਮਾਤਮਾ ਦੇ ਨਾਲ ਤੁਹਾਡੀ ਸਾਂਝ ਬਣ ਜਾਵੇ। ਬਾਬੇ ਨਾਨਕ ਨੇ ਕਹਿਣਾ ਕੀਤਾ, ਜੋਗੀ ਜੀ ਤੁਸੀਂ ਕੰਨਾਂ ਦੀ ਮੁੰਦਰਾਂ ਦੀ ਬਾਤ ਕਰਦੇ ਹੋ, ਵੇਖੋ ਮੇਰੇ ਪਾਸ ਮੁੰਦਰਾਂ ਨੇ, ਸੰਤੋਖ ਦੀਆਂ ਮੁੰਦਰਾਂ ਨੇ। ਤੁਸੀਂ ਖੱਪਰ ਦੀ ਗੱਲ ਕਰਦੇ ਹੋ, ਮੈਂ ਮਿਹਨਤ ਨੂੰ, ਮਸ਼ੱਕਤ ਨੂੰ, ਧਰਮ ਦੀ ਕਿਰਤ ਨੂੰ ਆਪਣੇ ਜੀਵਨ ਦੇ ਅੰਦਰ ਸਭ ਤੋਂ ਵੱਡੀ ਖੱਪਰ ਬਣ ਕੇ ਰੱਖਿਆ ਹੋਇਆ ਹੈ। ਤੁਸੀਂ ਪਿੰਡੇ ਤੇ ਸਵਾਹ ਮਲੀ ਹੈ, ਤੁਸੀਂ ਸੋਚਦੇ ਪਏ ਹੋ ਕਿ ਇਹ ਸਵਾਹ ਦੇ ਨਾਲ ਪਰਮਾਤਮਾ ਦੀ ਮਿਲਾਪ ਹੋ ਜਾਵੇਗਾ, ਪ੍ਰਾਪਤੀ ਹੋ ਜਾਵੇਗੀ। ਬਾਬੇ ਨਾਨਕ ਨੇ ਕਹਿ ਦਿੱਤਾ, ਸਵਾਹ ਮੈਂ ਵੀ ਪਿੰਡੇ ਤੇ ਮਲੀ ਜੇ, ਪਰ ਤੁਹਾਡੇ ਵਾਂਗ ਬਾਹਰ ਦੀ ਸਵਾਹ ਨਹੀਂ, ਮੈਂ ਮਾਲਕ ਦੇ ਨਾਮ ਦੀ ਯਾਦ ਦੀ ਸਵਾਹ ਆਪਣੇ ਪਿੰਡੇ ਤੇ ਮਲੀ ਹੈ। ਪਾਤਸ਼ਾਹ ਨੇ ਬਚਨ ਕੀਤੇ, ਮੁੰਦਾ ਸੰਤੋਖ ਸ਼ਰਮਪਤ ਝੋਲੀ, ਧਿਆਨ ਕੀ ਕਰੈ ਵਿਭੂਤ। ਕਹਿੰਦੇ ਮੈਂ ਆਪਣੇ ਪਿੰਡੇ ਤੇ ਵਿਭੂਤ ਲਗਾਈ ਹੈ, ਸਵਾਹ ਲਗਾਈ ਹੈ, ਪਰ ਕਿਸ ਚੀਜ਼ ਦੀ? ਮਾਲਕ ਦੇ ਧਿਆਨ ਦੀ। ਮੈਂ ਜਿੱਥੇ ਵੀ ਜਾਣਾ, ਬਾਬਾ ਨਾਨਕ ਕਹਿੰਦਾ ਹੈ, ਮੈਂ ਜਿੱਥੇ ਵੀ ਜਾਣਾ ਮੇਰੇ 'ਚ ਪਰਮਾਤਮਾ ਵਾਹਿਗੁਰੂ ਜੀ ਦੀ ਖੁਸ਼ਬੂ ਆਉਂਦੀ ਹੈ, ਮਹਿਕ ਆਉਂਦੀ ਹੈ। ਮੈਨੂੰ ਪਰਮਾਤਮਾ ਆਪਣੇ ਅੰਦਰੋਂ ਦਿਸ ਪਿਆ ਹੈ। ਮੈਂ ਬਾਹਰਲੇ ਕੰਨਾਂ ਨੂੰ ਪਾੜ ਕੇ ਮੁੰਦਰਾਂ ਨਹੀਂ ਪਾਈਆਂ, ਮੈਂ ਆਪਣੇ ਜੀਵਨ ਦੇ ਅੰਦਰ ਸੰਤੋਖ ਦੀਆਂ ਮੁੰਦਰਾਂ ਪਾ ਲਈਆਂ ਨੇ। ਪਾਤਸ਼ਾਹ ਕਹਿੰਦੇ ਜੋ ਪਰਮਾਤਮਾ ਨੇ ਦਿੱਤਾ, ਜਿਹੜੀਆਂ ਮਿਹਰਾਮਤਾਂ ਵਡਿਆਈਆਂ ਮਾਲਕ ਨੇ ਬਖਸ਼ਿਸ਼ ਕੀਤੀਆਂ, ਉਹਨਾਂ ਵਡਿਆਈਆਂ ਨੂੰ ਆਪਣੀ ਖੱਪਰ ਦੇ ਅੰਦਰ ਪਾਉਣਾ ਵਾ, ਮਿਹਨਤ ਕਰਨਾ ਵਾ। ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ। ਤੇ ਇਹ ਜਿਹੜੀ ਕਾਇਆ ਹੈ ਸਾਡੀ, ਭਾਵ ਕਿ ਸਰੀਰ ਹੈ, ਇਹ ਕੁਵਾਰੀ ਹੈ। ਕੁਵਾਰੀ ਤੋਂ ਭਾਵ, ਕੁਵਾਰੀ ਮੰਨਿਆ ਜਾਂਦਾ ਹੈ ਕਿ ਵਾਸ਼ਨਾਵਾਂ ਤੋਂ, ਵਿਕਾਰਾਂ ਤੋਂ ਜਿਹੜੀ ਰਹਿਤ ਕਾਇਆ ਹੈ। ਬਾਬੇ ਨਾਨਕ ਨੇ ਕਿਹਾ, ਮਾਲਕ ਦੇ ਨਾਮ ਦੀ ਬਪੂਤ ਐਸੀ ਆਪਣੇ ਪਿੰਡੇ ਤੇ ਮਲ ਲਈ ਹੈ, ਨਾ ਕਾਮ ਲਾਗੇ ਆਉਂਦਾ, ਨਾ ਕ੍ਰੋਧ, ਨਾ ਲੋਭ, ਨਾ ਹੰਕਾਰ, ਕਿਸੇ ਵੀ ਪ੍ਰਕਾਰ ਦੀ ਕੋਈ ਵਾਸ਼ਨਾ ਜੀਵਨ ਦੇ ਲਾਗੇ ਨਹੀਂ ਆਇਆ ਕਰਦੀ। ਸਾਡੀ ਕਾਇਆ ਜਿਹੜੀ ਆ, ਬਾਬਾ ਨਾਨਕ ਕਹਿਣਾ ਕਰਦੇ, ਕਹਿੰਦੇ ਇਹ ਕੁਵਾਰੀ ਮੰਨੀ ਜਾਂਦੀ ਹੈ। ਤੇ ਮਹਾਰਾਜ ਕਹਿੰਦੇ ਆਈ ਪੰਥੀ, ਇਹ ਜੋਗੀਆਂ ਦੇ ਫਿਰਕੇ ਨੇ, ਉਹਨਾਂ ਵਿੱਚੋਂ 12 ਫਿਰਕੇ ਜਿਹੜੇ ਨੇ, ਉਹਨਾਂ ਵਿੱਚੋਂ ਸਭ ਤੋਂ ਉੱਚਾ ਮੰਨਿਆ ਜਾਣ ਵਾਲਾ ਹੈ ਉਹ ਆਈ ਪੰਥ ਹੈ। ਪਾਤਸ਼ਾਹ ਕਹਿੰਦੇ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ, ਆਦੇਸ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਵਿਚਾਰਧਾਰਾ ਤੋਂ ਕੁਰਬਾਨ ਜਾਈਏ। ਮਹਾਰਾਜ ਕਹਿੰਦੇ ਜੋ ਮਨੁੱਖ ਸਾਰੀ ਸ੍ਰਿਸ਼ਟੀ ਦੇ ਜੀਵਾਂ ਦੇ ਵਿੱਚ ਆਪਣੇ ਸੱਜਣ ਮਿੱਤਰ ਅਕਾਲ ਪੁਰਖ ਨੂੰ ਸਮਝ ਲੈਂਦਾ ਹੈ ਨਾ, ਅਸਲ ਦੇ ਵਿੱਚ ਉਹ ਸਭ ਤੋਂ ਵੱਡਾ ਆਈ ਪੰਥ ਵਾਲਾ ਮੰਨਿਆ ਜਾਂਦਾ ਹੈ। ਜਿਸ ਮਨੁੱਖ ਨੇ ਆਪਣੇ ਮਨ ਉੱਤੇ ਕਾਬੂ ਪਾ ਲਿਆ। ਵੇਖੋ ਜੋਗੀਆਂ ਨੇ ਪਰਿਵਾਰ ਛੱਡਿਆ, ਪਰ ਵਾਸ਼ਨਾਵਾਂ ਥੋੜੀ ਨਿਕਲ ਗਈਆਂ ਮਨ ਵਿੱਚੋਂ। ਜੋਗੀਆਂ ਨੇ ਪਰਿਵਾਰ ਛੱਡ ਕੇ ਜੰਗਲਾਂ ਵਾਲੇ ਪਾਸੇ ਰੁਖ ਕਰ ਲਿਆ। ਕੁਛ ਦਿਨ ਜੰਗਲਾਂ ਦੇ ਅੰਦਰ ਬਤੀਤ ਕਰਨ ਵਾਲਾ ਜੋਗੀ, ਪੇਟ ਦੀ ਭੁੱਖ ਜਦੋਂ ਸਤਾਉਂਦੀ ਹੈ, ਮੁੜ ਖੱਪਰ ਪੈਣ ਕੇ ਪਿੰਡਾਂ ਦੇ ਵਿੱਚ, ਨਗਰਾਂ ਵਿੱਚ, ਘਰਾਂ ਦੇ ਦਰਵਾਜ਼ੇ ਖੜਕਾ ਕੇ ਆਮ ਕਰਕੇ ਰਾਸ਼ਨ ਪਾਣੀ ਮੰਗਦਾ ਸਾਨੂੰ ਨਜ਼ਰੀ ਪੈ ਜਾਂਦਾ ਹੈ। ਬਾਬੇ ਨਾਨਕ ਨੇ ਇੱਦਾਂ ਦੇ ਜੋਗੀ ਨਹੀਂ ਤਿਆਰ ਕੀਤੇ। ਇੱਦਾਂ ਦੀ ਵਿਚਾਰਧਾਰਾ ਸੱਚੇ ਪਾਤਸ਼ਾਹ ਜੀ ਨੇ ਕਿਤੇ ਵੀ ਸਾਨੂੰ ਬਾਣੀ ਦੇ ਜ਼ਰੀਏ ਨਹੀਂ ਦੇਣੀ ਕੀਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਜਿੱਥੇ ਪੜ੍ਹਦੇ ਹਾਂ, ਉੱਥੇ ਆਮ ਤੌਰ 'ਤੇ ਆਪਾਂ ਵੇਖੀਏ ਕਿ ਸਮੇਂ ਦੇ ਮੁਤਾਬਕ ਜੋਗ ਧਰਮ, ਜੋਗ ਮਤ ਦੇ ਲੋਕਾਂ ਨੇ ਬੜਾ ਪ੍ਰਚਾਰ ਕੀਤਾ ਕਿ ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ, ਸਾਨੂੰ ਸ਼ਿਵ ਜੀ ਦੇ ਦਰਸ਼ਨ ਹੁੰਦੇ ਰਹੇ ਆ। ਆਮ ਤੌਰ 'ਤੇ ਭੋਲੇ ਭਾਲੇ ਲੋਕ ਇਹਨਾਂ ਦੀ ਗਿੱਦੜ ਸਿੰਘੀ ਦੇ ਲਾਲਚ ਦੇ ਵਿੱਚ ਵਸ ਵਿੱਚ ਪੈ ਕੇ
ਆਪਣੇ ਆਪ ਦਾ ਨੁਕਸਾਨ ਕਰਾਉਂਦੇ ਸਾਨੂੰ ਆਮ ਤੌਰ ਤੇ ਨਜ਼ਰੀ ਪੈ ਜਾਂਦੇ ਨੇ। ਅੱਜ ਵੀ ਜੋਗੀ ਲੋਕ ਖੱਪਰ ਪਹਿਨ ਕੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਆਮ ਤੌਰ ਤੇ ਗਿੱਦੜ ਸਿੰਘੀ ਵੇਚਦੇ ਪਏ ਆ ਤੇ ਕਹਿਣਾ ਕਰਦੇ, ਕਹਿੰਦੇ ਜੇ ਆ ਗਿੱਦੜ ਸਿੰਘੀ ਤੁਹਾਡੇ ਪਾਸ ਹੋਵੇ ਤੁਹਾਡੇ ਘਰ ਵਿੱਚ ਕਿਸੇ ਪ੍ਰਕਾਰ ਦੇ ਧਨ ਦੀ ਕਮੀ ਨਹੀਂ ਰਹੇਗੀ, ਤੁਸੀਂ ਮਾਲੋ ਮਾਲ ਹੋ ਜਾਵੋਗੇ। ਤੇ ਬੜੇ ਭੋਲੇ ਭਾਲੇ ਲੋਕ ਇਹਨਾਂ ਚੀਜ਼ਾਂ ਨੂੰ ਖਰੀਦ ਕੇ ਆਪਣੇ ਆਪ ਨੂੰ ਧਨੀ ਹੋਣ ਦੀ ਆਸ ਲਾ ਕੇ ਬੈਠ ਜਾਂਦੇ ਆ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਤੋਂ ਸਦਕੇ ਜਾਈਏ। ਕੋਈ ਸਮਾਂ ਰਿਹਾ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਸਜਣਾ ਕਰਨਾ। ਗੜ੍ਹ ਸ਼ੰਕਰ ਦੇ ਧਰਤੀ ਦੇ ਰਹਿਣ ਵਾਲੇ ਨੇ ਭਾਈ ਸਾਹਿਬ ਭਾਈ ਤਿਲਕਾ ਜੀ, ਹੁਸ਼ਿਆਰਪੁਰ ਦੇ ਲਾਗੇ ਦੇ ਭਾਈ ਸਾਹਿਬ ਭਾਈ ਤਿਲਕਾ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਏ ਸਨ। ਸਿੱਖੀ ਦੇ ਵਿੱਚ ਪੰਚਮ ਪਾਤਸ਼ਾਹ ਦੇ ਸਮੇਂ ਪ੍ਰਵੇਸ਼ ਕੀਤਾ ਭਾਈ ਤਿਲਕਾ ਜੀ ਨੇ। ਤੇ ਭਾਈ ਤਿਲਕਾ ਜੀ ਦਾ ਜੀਵਨ ਬੜਾ ਸਰਲ ਹੈ। ਉਹਨਾਂ ਦੇ ਜੀਵਨ ਨੂੰ ਵੇਖ ਕੇ ਕੋਈ ਵੀ ਸਾਧਾਰਨ ਬੰਦਾ ਬੜਾ ਪ੍ਰਭਾਵਿਤ ਹੋ ਜਾਂਦਾ ਸੀਗਾ। ਤੇ ਭਾਈ ਤਿਲਕੇ ਦਾ ਜੀਵਨ ਵੇਖ ਕੇ ਸਿੱਖ ਸੰਗਤਾਂ ਆਮ ਤੌਰ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀਆਂ ਸਿੱਖਿਆਵਾਂ ਸੁਣਨ ਵਾਸਤੇ ਆਉਂਦੀਆਂ ਸਨ। ਜਦੋਂ ਭਾਈ ਤਿਲਕਾ ਜੀ ਦਾ ਜੀਵਨ ਸੰਗਤਾਂ ਤੇ ਪ੍ਰਭਾਵ ਪਾਉਣ ਲੱਗ ਪਿਆ, ਲੋਕ ਸਿੱਖੀ ਵਿੱਚ ਸ਼ਾਮਲ ਹੋ ਲੱਗ ਪਏ। ਇਸੇ ਇਲਾਕੇ ਦੇ ਅੰਦਰ ਇੱਕ ਜੋਗੀ ਦਾ ਡੇਰਾ ਸੀਗਾ ਜੋ ਵਡੇਰੀ ਉਮਰ ਦਾ ਮੰਨਿਆ ਜਾਂਦਾ ਸੀਗਾ। ਜਿਵੇਂ ਜਿਵੇਂ ਸੰਗਤਾਂ ਗੁਰੂ ਨਾਨਕ ਦੇ ਘਰ ਨਾਲ ਜੁੜੀਆਂ, ਜੋਗੀ ਦੀ ਜਿਹੜੀ ਭਗਤੀ ਸੀ ਜਾਂ ਜੋਗੀ ਦੀ ਸੰਗਤ ਸੀ ਲੋਕ ਜਿਹੜੇ ਕਰਦੇ ਸਨ, ਉਹ ਸੰਗਤ ਘਟਣੀ ਸ਼ੁਰੂ ਹੋ ਗਈ। ਉਹਦੇ ਡੇਰੇ ਤੇ ਲੋਕਾਂ ਦੀ ਆਵਾਜਾਵੀ ਘਟ ਗਈ। ਜੋਗੀ ਨੇ ਕੀ ਕੀਤਾ, ਆਪਣੇ ਮਨ ਦੇ ਅੰਦਰ ਇੱਕ ਸੋਚ ਰੱਖੀ ਹੈ ਵੀ ਕਿਸੇ ਤਰੀਕੇ ਦੇ ਨਾਲ ਲੋਕਾਂ ਨੂੰ ਮੁੜ ਭਰਮਾ ਕੇ ਆਪਣੇ ਨਾਲ ਜੁੜਿਆ ਜਾਵੇ। ਜੋਗੀ ਨੇ ਆਪਣੇ ਚੇਲਿਆਂ ਦੇ ਜ਼ਰੀਏ ਪੂਰੇ ਨਗਰ ਦੇ ਅੰਦਰ ਇਹ ਰੌਲਾ ਪਵਾ ਦਿੱਤਾ ਕਿ ਰਾਤੀ ਜੋਗੀ ਜੀ ਨੂੰ ਸ਼ਿਵ ਜੀ ਦੇ ਦਰਸ਼ਨ ਹੋਏ ਆ ਤੇ ਸ਼ਿਵ ਜੀ ਨੇ ਉਹਨਾਂ ਨੂੰ ਵਰ ਦਿੱਤਾ ਹੈ, ਹੇ ਜੋਗੀ ਜੀ, ਜਿਹੜੇ ਤੁਹਾਡੇ ਦਰਸ਼ਨ ਕਰ ਲੈਣਗੇ ਨਾ, ਉਹਨਾਂ ਨੂੰ 1 ਸਾਲ ਦੇ ਵਾਸਤੇ ਸਵਰਗ ਦੀ ਪ੍ਰਾਪਤੀ ਹੋ ਜਾਊਗੀ। ਤੇ ਭੋਲੇ ਭਾਲੇ ਲੋਕ ਆਮ ਤੌਰ ਤੇ ਸਵਰਗ ਦੀ ਆਸ ਰੱਖਣ ਵਾਲੇ ਲੋਕ ਜੋਗੀ ਦੇ ਦਰਸ਼ਨਾਂ ਵਾਲੇ ਪਾਸੇ ਉਹਦੇ ਡੇਰਿਆਂ ਤੇ ਚੱਲ ਪਏ। ਬੜਾ ਇਕੱਠ ਹੋਇਆ, ਬੜਾ ਵੱਡਾ ਚੜਾਵਾ ਦਾ ਢੇਰ ਵੀ ਲੱਗਾ ਫਿਰ ਤੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖ ਭਾਈ ਸਾਹਿਬ ਭਾਈ ਤਿਲਕਾ ਜੀ ਤੱਕ ਸੰਦੇਸ਼ ਭੇਜਿਆ ਗਿਆ, ਭਾਈ ਤਿਲਕਾ ਜੀ ਤੁਸੀਂ ਵੀ ਆਵੋ, ਦਰਸ਼ਨ ਕਰ ਲਵੋ ਮੇਰੇ, ਤੁਹਾਨੂੰ 1 ਸਾਲ ਦੇ ਵਾਸਤੇ ਸਵਰਗ ਪ੍ਰਾਪਤ ਹੋਵੇਗਾ। ਪਰ ਭਾਈ ਤਿਲਕਾ ਜੀ ਨੇ ਉੱਤਰ ਦਿੱਤਾ, ਕਹਿੰਦੇ ਨਹੀਂ ਨਹੀਂ, ਮੈਨੂੰ ਕਿਸੇ ਅਖੌਤੀ ਸਵਰਗ ਦੀ ਲੋੜ ਨਹੀਂ ਹੈ। ਮੁੜ ਭਾਈ ਤਿਲਕਾ ਜੀ ਪਾਸ ਫਿਰ ਸੰਦੇਸ਼ ਭੇਜਿਆ, ਹੁਣ ਮਿਆਦ ਵੀ ਵੱਧ ਗਈ ਸਵਰਗ ਦੀ। ਜੋਗੀ ਕਹਿਣ ਲੱਗਾ, ਜੇ ਕਿਤੇ ਦਰਸ਼ਨ ਕਰੋਗੇ ਨਾ, ਮੁੜ ਮੈਂ ਸ਼ਿਵ ਜੀ ਦੇ ਨਾਲ ਬਾਤ ਕਰੂੰਗਾ, ਤੁਹਾਨੂੰ 1 ਸਾਲ ਦਾ ਨਹੀਂ, ਤੁਹਾਨੂੰ ਸਪੈਸ਼ਲ 2 ਸਾਲ ਦਾ ਸਵਰਗ ਪ੍ਰਾਪਤ ਹੋਵੇਗਾ। ਇੱਕ ਵਾਰੀ ਦਰਸ਼ਨ ਕਰੋ। ਜੋਗੀ ਦੇ ਮਨ ਦਾ ਪਲਾਨ ਸੀ, ਖਿਆਲ ਸੀਗਾ ਕਿ ਕਿਤੇ ਇੱਕ ਵਾਰੀ ਭਾਈ ਤਿਲਕਾ ਦਰਸ਼ਨ ਦੀਦਾਰ ਕਰੇ ਤੇ ਮੈਂ ਲੋਕਾਂ ਦੇ ਵਿੱਚ ਇਹ ਪ੍ਰਚਾਰ ਕਰੂੰਗਾ ਕਿ ਐਡਾ ਵੱਡਾ ਗੁਰਸਿੱਖ ਭਾਈ ਤਿਲਕਾ ਜੀ, ਉਹਨਾਂ ਨੂੰ ਮੇਰੇ ਦਰਸ਼ਨਾਂ ਦੀ ਲੋੜ ਹੈ ਤੇ ਸਾਧ ਸੰਗਤ ਜੀ ਤੁਸੀਂ ਮੇਰੇ ਨਾਲ ਵੱਧ ਜੁੜਿਆ ਕਰੋ ਤੇ ਭਾਈ ਤਿਲਕਾ ਨਾਲ ਲੋਕ ਟੁੱਟਣਗੇ, ਮੁੜ ਮੇਰੇ ਨਾਲ ਜੁੜ ਜਾਣਗੇ। ਪਰ ਭਾਈ ਤਿਲਕਾ ਜੀ ਨੇ ਫਿਰ ਮਨਾ ਕਰ ਦਿੱਤਾ। ਆਖਰਕਾਰ ਜੋਗੀ ਖੁਦ ਆਪਣੇ ਡੇਰੇ ਤੋਂ ਭਾਈ ਸਾਹਿਬ ਭਾਈ ਤਿਲਕਾ ਜੀ ਦੇ ਘਰ ਵਾਲੇ ਪਾਸੇ ਚੱਲ ਪਿਆ। ਬੜਾ ਵੱਡਾ ਇਹਦੇ ਨਾਲ ਲਸ਼ਕਰ ਚੱਲਦਾ ਪਿਆ, ਲੋਕ ਚੱਲਦੇ ਪਏ ਆ, ਰੌਲਾ ਪਿਆ ਗਲੀਆਂ ਵਿੱਚ। ਜਦੋਂ ਭਾਈ ਤਿਲਕਾ ਦੇ ਕੰਨਾਂ 'ਤੇ ਖਬਰ ਪਹੁੰਚੀ ਨਾ ਕਿ ਜੋਗੀ ਆਪਣੇ ਚੇਲਿਆਂ ਦੇ ਨਾਲ, ਲੋਕਾਂ ਦੇ ਨਾਲ ਮੇਰੇ ਘਰ ਵਾਲੇ ਪਾਸੇ ਆਉਂਦਾ ਪਿਆ ਹੈ, ਤੇ ਭਾਈ ਤਿਲਕਾ ਜੀ ਨੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ। ਦਰਵਾਜ਼ਾ ਖੜਕਾਇਆ। ਜੋਗੀ ਨੇ ਆ ਕੇ ਕਹਿਣ ਲੱਗਾ, ਤੁਹਾਨੂੰ 3 ਸਾਲ ਦਾ ਸਵਰਗ ਦਵਾਵਾਂਗਾ, ਇੱਕ ਵਾਰੀ ਦਰਸ਼ਨ ਕਰੋ। ਭਾਈ ਤਿਲਕਾ ਜੀ ਕਹਿਣ ਲੱਗੇ, ਕਹਿੰਦੇ ਤੂੰ ਭੋਲੇ ਭਾਲੇ ਲੋਕਾਂ ਨੂੰ ਕਰਮ ਕਾਂਡਾਂ ਵਿੱਚ ਫਸਾਉਂਦਾ ਪਿਆ ਹੈ, ਭੋਲੇ ਭਾਲੇ ਲੋਕਾਂ ਨੂੰ ਜਿਹੜੇ ਅਗਿਆਨਤਾ ਵਿੱਚ ਨੇ ਉਹਨਾਂ ਨੂੰ ਠੱਗਦਾ ਪਿਆ, ਆਪਣੇ ਨਾਲ ਜੋੜਦਾ ਪਿਆ ਹੈ। ਮੈਨੂੰ ਤੇਰੇ ਸਵਰਗਾਂ ਦੀ ਲੋੜ ਨਹੀਂ, ਮੈਂ ਕੀ ਕਰਨਾ ਸਵਰਗਾਂ ਦਾ, ਮੇਰੇ ਵਾਸਤੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਹੀ ਸਵਰਗ ਨੇ। ਮੈਂ ਉਹਨਾਂ ਦੇ ਚਰਨਾਂ ਵਿੱਚ ਹੀ ਜੁੜ ਕੇ ਸਾਰੇ ਸੁੱਖ ਪ੍ਰਾਪਤ ਕਰ ਲੈਣਾ ਵਾ,
मैनू बाहरले किसी स्वर्ग या नरक की कोई भाल नहीं, कोई डर नहीं, कोई आस नहीं है। आखिरकार जोगी ढह ढेरी हो पिया। जोगी ने धन गुरु हरगोबिंद साहब पातशाह के सिख भाई साहब भाई तिलका जी के जीवन में वेखिया, हथ जोड़ के कहना करदा, सिखा हुण मैं तेनू दर्शन नहीं देन आया, तेनू तेरे गुरु का वास्ता ही कृपा कर, तू दर्शन दीदार मैनू दे। क्यों भाई तिलका, जेड़े गुरु साहब का तू सिख है, कृपा कर उस गुरु के दीदार एक बारी मैनू भी करा दे। कहण तो भाव समय के मुताबिक वड्डे वड्डे जोगी ਜਿਹੜੇ ਭਰਮਾਂ ਵਿੱਚ ਪਾ ਕੇ ਲੋਕਾਂ ਨੂੰ ਲੁੱਟ ਲੈਂਦੇ ਸਨ, ਸਿੱਖਾਂ ਦਾ ਕਿਰਦਾਰ ਵੇਖ ਕੇ ਗੁਰੂ ਸਾਹਿਬ ਮਹਾਰਾਜ ਦੀ ਆਮ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਜਾਂਦੇ ਸਨ ਆਮ ਤੌਰ 'ਤੇ। ਪਰ ਚੇਤੇ ਰੱਖਣਾ, ਅੱਜ ਸਾਡੇ ਲੋਕ ਵੀ ਗਿੱਦੜ ਸਿੰਘੀ ਦੇ ਲਾਲਚ ਵਿੱਚ ਫਸੇ ਪਏ ਆ। ਸੱਚੇ ਪਾਤਸ਼ਾਹ ਨੇ ਸਾਨੂੰ ਇਹਨਾਂ ਵਿਚਾਰਾਂ ਤੋਂ ਮੁਕਤ ਕੀਤਾ ਹੈ। ਸਾਡੇ ਵਾਸਤੇ ਜੋਗ ਸ਼ਬਦਾਂ ਗੁਰੂ ਸਾਹਿਬ ਮਹਾਰਾਜ ਜੀ ਦਾ ਸ਼ਬਦ ਹੀ ਸਾਡੇ ਵਾਸਤੇ ਮਿਲਾਪ ਦਾ ਸਾਧਨ ਹੈ। ਅਸੀਂ ਕੀ ਲੈਣਾ ਕਿਸੇ ਦੇ ਜੋਗੀ ਦੀ ਗਿੱਦੜ ਸਿੰਘੀ ਤੋਂ। ਨਾਲੇ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਵੇਖੋ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਬਚਨ ਕਰਦੇ, ਕਹਿੰਦੇ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ, ਜੇ ਹਉ ਦਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਮਹਾਰਾਜ ਕਹਿਣਾ ਕਰਦੇ, ਕਹਿੰਦੇ ਸਿੱਖ ਦੇ ਵਾਸਤੇ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ, ਸਿੱਖ ਦੇ ਵਾਸਤੇ ਸਿੱਖ ਦਾ ਗੁਰੂ ਹੀ ਸਾਰਾ ਕੁਛ ਹੈ। ਵੇਖੋ ਲੋਕ ਦੇਵੀ ਦੇਵਤਿਆਂ ਦੀ ਆਰਾਧਨਾ ਕਰਦੇ ਨੇ, ਮੁਬਾਰਕ ਹੈ, ਪਰ ਚੇਤੇ ਰੱਖਿਆ ਜੇ ਜਦੋਂ ਸਿੱਖ ਦੇਵੀ ਦੇਵਤਿਆਂ ਦੀ ਆਰਾਧਨਾ ਵਾਲੇ ਪਾਸੇ ਤੁਰਦਾ ਜੇ ਨਾ, ਤੇ ਸਿੱਖ ਦਾ ਫਰਜ਼ ਬਣਦਾ ਇੱਕ ਵਾਰੀ ਆਪਣੇ ਗੁਰੂ ਨੂੰ ਪੁੱਛੇ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਆਪਣਾ ਗੁਰੂ ਮੰਨਣ ਵਾਲਿਆ, ਆਪਣੇ ਗੁਰੂ ਨੂੰ ਪੁੱਛ ਕਿ ਸਿੱਖਾ ਗੁਰੂ ਨੂੰ ਸਵਾਲ ਕਰਕੇ ਵੇਖ, ਪਾਤਸ਼ਾਹ ਮੈਂ ਦੇਵੀਆਂ ਦੀ ਆਰਾਧਨਾ ਕਰ ਲਵਾਂ? ਤੇ ਮਾਲਕ ਜੀ ਜਵਾਬ ਦੇਣਗੇ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸਿਵ, ਤੇਰੇ ਵਾਸਤੇ ਤੇਰਾ ਗੁਰੂ ਸਭ ਤੋਂ ਵੱਡਾ ਦੇਵੀ ਦੇਵਤਾ ਹੈ। ਤੇਰੇ ਭਾਗ ਚੰਗੇ ਆ, ਤੈਨੂੰ ਭਰਮਾ ਨਹੀਂ ਦਿੱਤਾ, ਤੇਰੇ ਚੰਗੇ ਭਾਗ ਸੀ, ਤੈਨੂੰ ਗੁਰੂ ਨੇ ਆਪਣੀ ਸੰਗਤ ਵਿੱਚ ਜੋੜ ਲਿਆ, ਆਪਣੇ ਨਾਲ ਜੋੜ ਕੇ ਰੱਖਿਆ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਵਿੱਚ ਬਾਬੇ ਨਾਨਕ ਨੇ ਰਾਗ ਸੂਈ 'ਚ ਜ਼ਿਕਰ ਕੀਤਾ, ਜੋਗ ਨਾ ਖਿੰਤਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਐ, ਜੋਗ ਨਾ ਮੁੰਦੀ ਮੂੰਡ ਮੁੰਡਾਈਐ, ਜੋਗ ਨਾ ਸਿੰਘੀ ਵਾਹੀਐ, ਅੰਜਨ ਮਾਹੀ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਐ। ਬਾਬੇ ਨਾਨਕ ਨੇ ਸਿਧਾਂਤ ਦਿੱਤਾ ਕਿ ਜੇ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਲ ਮਿਲਾਪ ਕਰਨਾ ਹੈ ਤੇ ਮੋਹ ਮਾਇਆ ਤੋਂ ਉਤਾਂ ਉਠੋ ਭਾਈ। ਜੇ ਪਰਿਵਾਰ ਛੱਡ ਕੇ ਵੀ, ਬਾਬਾ ਕਬੀਰ ਦਾਸ ਦਾ ਆਪਾਂ ਸ਼ਲੋਕ ਪੜ੍ਹਦੇ ਆ ਨਾ, ਤੇ ਬਾਬਾ ਕਬੀਰ ਦਾਸ ਦਾ ਬਿਲਕੁਲ ਅਖੀਰ ਵਾਲਾ ਸ਼ਲੋਕ ਹੈ। ਉਹਨਾਂ ਨੇ ਬੜੀ ਕਮਾਲ ਦੀ ਵਿਚਾਰਧਾਰਾ ਦਿੱਤੀ ਹੈ। ਬਾਬਾ ਕਬੀਰ ਜੀ ਕਹਿਣਾ ਕਰਦੇ, ਕਹਿੰਦੇ ਐ ਦੁਨੀਆ ਦੇ ਲੋਕੋ, ਜੇ ਜੋਗੀ ਨੇ ਆਪਣਾ ਘਰ ਬਾਹਰ ਛੱਡ ਕੇ ਵੀ ਮੁੜ ਗ੍ਰਸਤੀਆਂ ਦੇ ਘਰਾਂ ਵਿੱਚ ਜਾ ਕੇ ਮੰਗਣਾ ਹੈ, ਤੇ ਬਾਬਾ ਕਬੀਰ ਜੀ ਕਹਿਣਾ ਕਰਦੇ, ਕਹਿੰਦੇ ਮੈਂ ਕਹਿੰਦਾ ਕਿ ਸਭ ਤੋਂ ਮਾੜੇ ਭਾਗਾਂ ਵਾਲਾ ਉਹ ਬੰਦਾ ਹੈ ਜਿਸ ਮਨੁੱਖ ਨੇ ਆਪਣਾ ਘਰ ਵੀ ਛੱਡਿਆ, ਮੁੜ ਗ੍ਰਸਤੀਆਂ ਦੇ ਘਰ ਵਿੱਚ ਮੰਗਣ ਵਾਸਤੇ ਆ ਗਿਆ। ਉਹਨਾਂ ਕਿਹਾ, ਕਬੀਰ ਜੋਂ ਗ੍ਰਹਿ ਕਰੈ ਤਾਂ ਧਰਮ ਕਰ, ਨਹੀਂ ਤਾਂ ਕਰ ਬੈਰਾਗ। ਜਾਂ ਤੇ ਗ੍ਰਸਤੀ ਹੋ ਜਾ ਬਿਲਕੁਲ ਪੂਰਾ, ਜੇ ਗ੍ਰਸਤੀ ਨਹੀਂ ਬਣਦਾ ਪਿਆ, ਬੈਰਾਗੀ ਬਣ ਜਾ ਘੱਟੋ ਘੱਟ ਪੂਰਾ। ਫਿਰ ਜੇ ਤੂੰ ਪਰਿਵਾਰ ਛੱਡ ਕੇ, ਬੱਚੇ ਛੱਡ ਕੇ ਜੰਗਲਾਂ ਵਿੱਚ ਜਾ ਕੇ ਬੈਠ ਗਿਆ ਹੈ, ਤੇ ਚੇਤਾ ਰੱਖੀ ਫਿਰ ਬਿਲਕੁਲ ਹੀ ਛੱਡ ਦੇ ਸਾਰਾ ਕੁਛ। ਇਹ ਨਾ ਹੋਵੇ ਕਿ 2 ਦਿਨ 4 ਦਿਨ ਨਾ ਨਿਕਲ, ਵਾਸ਼ਨਾਵਾਂ ਸਤਾਉਣ ਤੇ ਵਾਸ਼ਨਾਵਾਂ ਦਾ ਮਾਰਿਆ ਮੁੜ ਨਗਰਾਂ ਵਾਲੇ ਪਾਸੇ ਰੁਖ ਕਰ ਲਵੇਂ। ਬੈਰਾਗੀ ਬੰਧਨ ਕਰੈ ਤਾਂ ਕੋ ਬੜੋ ਅਭਾਗ। ਕਹਿੰਦੇ ਜੇ ਬੈਰਾਗੀ ਹੋ ਕੇ ਫਿਰ ਬੰਧਨਾਂ ਵਿੱਚ ਫਸਿਆ ਹੋਇਆ ਹੈ, ਤੇ ਚੇਤਾ ਰੱਖੀ ਸਭ ਤੋਂ ਮਾੜੇ ਭਾਗਾਂ ਵਾਲਾ ਤੂੰ ਇਨਸਾਨ ਹੈ। ਕਿਉਂਕਿ ਤੈਨੂੰ ਪਰਮਾਤਮਾ ਨੇ ਆਪਣੇ ਘਰੋਂ ਸੁੱਖ ਦਿੱਤੇ, ਸਹੂਲਤਾਂ ਦਿੱਤੀਆਂ, ਤੈਨੂੰ ਮਾਲਕ ਨੇ ਆਪਣੇ ਘਰੋਂ ਵਡਿਆਈਆਂ ਦਿੱਤੀਆਂ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ 'ਚ ਅੱਜ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸ਼ਲੋਕ ਦੇ ਅੰਦਰ ਪਾਤਸ਼ਾਹ ਸਮਝਾਉਂਦੇ ਪਏ, ਕਹਿੰਦੇ ਗਿਆਨ ਸ਼ਬਦੰ, ਯੋਗ ਦਾ ਕਰਮ ਹੈ ਗੁਰੂ ਦਾ ਗਿਆਨ ਹਾਸਲ ਕਰਨਾ। ਉਹ ਪਰਿਵਾਰ ਵਿੱਚ ਰਹਿ ਕੇ ਵੀ ਕਰ ਸਕਦਾ ਹੈ, ਗ੍ਰਸਤ ਵਿੱਚ ਰਹਿ ਕੇ ਵੀ ਮਾਲਕ ਨੂੰ ਪ੍ਰਾਪਤ ਕਰ ਸਕਦਾ ਹੈ। ਅੱਗੇ ਪਾਤਸ਼ਾਹ ਕਹਿੰਦੇ ਵੇਦ ਸ਼ਬਦੰ ਬ੍ਰਾਹਮਣ ਹੈ, ਤੇ ਬ੍ਰਾਹਮਣ ਦਾ ਕਰਮ ਹੈ ਧਾਰਮਿਕ ਗ੍ਰੰਥਾਂ ਦੀ ਵਿਚਾਰ ਕਰਨਾ। ਵੇਖੋ ਪਾਤਸ਼ਾਹ ਦੀ ਬਾਣੀ ਦੇ ਅੰਦਰ
ब्राह्मण का जिक्र आया बाणी च। महाराज सच्चे पातशाह ने ब्राह्मण नूं किते भी माड़ा नहीं कहा। तो महाराज सच्चे पातशाह धन गुरु अमरदास सच्चे पिता जी का हुक्मनामा पढ़िए ना, तो पातशाह जी बचन करते कहते ब्रह्म बिंद है तिसदा ब्रह्मत रहै, एक शब्द लिव लाए, नव निधि 18 सिद्धि पिछै लगियां फिरै, जो हर हिरदै सदा वसाए। कहते ब्राह्मण वही पूजन दे योग जे भाई जिस ब्राह्मण ने अपने जीवन के अंदर ब्रह्म बिंद है, बिंद है कहते जान लैना, जिसने अपने जीवन के अंदर परमात्मा के नाल साझ बना ली, रब जी के नाल जिंदी साझ बन गई ना, रब जी नूं जान लिया, तो महाराज कहते असल के अंदर वो ब्राह्मण है, उनका ब्रह्म पुना सदा वास्ते कायम रहिंदा है, जिसने एक शब्द के नाल अपने जीवन की लिव ला ली है। तो 9 निधियां 18 सिद्धियां ये सारियां पिछे पिछे भजदियां ब्राह्मण दे। ब्राह्मण इन्हां पिछे नहीं भजदा। अज दे समय विच वेखना लोग इन्हां रिद्धियां सिद्धियां दे वास्ते बड़ा कुछ कर दिंदे आ, पर कमाल दी गल बाबे नानक तो सदके जाइए, बाबे नानक दे सिख हाँ, ते बाबे नानक दे सिद्धांत नूं स्वीकार कर लिए। पातशाह बचन करके समझाउणा करदे कहंदे रिद्ध सिद्ध अवरा साध कहंदे भलिया ये तो परमात्मा नाल नहीं जोड़नगे तेनों कदी भी, ये रिद्धियां सिद्धियां तेनों होर पासे लै जाणगियां, ये खुवारी दे कर्म तेरे पासों करवा लैणगियां। सच्चे पातशाह ने अपनी बाणी के जरिए सानू समझाउणा कीता कि एक शब्द के नाल लिव लावो, प्रभ की आग्या आत्म हितावै, जीवन मुक्त सो कहावै। महाराज धन गुरु अर्जन देव पातशाह जी सुखमनी साहिब बाणी च बचन करते हैं, कहते भलिया परमात्मा की आग्या नूं सत करके मन, उनकी सिक्ख्या नूं सत करके मनेगा ना, जीवन मुकत जिउंदा ही मुकत हो जावेगा, जिउंदा ही गुरु के चरणों में जुड़ के स्वर्ग का आनंद प्राप्त करेगा। तैसा हरक तैसा उस सोग, खुशी ते गमी एक बराबर हो जाएगी, सदा आनंद तै नहीं वियोग, सदा आनंद दे विच है, खेड़े विच है, किसी भी प्रकार का जीवन को कोई दुख लगेगा नहीं। तैसा स्वर्ण तैसी उस माटी सोना ते मिट्टी की एक बराबरता नजरी पवेगी, तैसा अमृत तैसी बेखाटी, तैसा मान तैसा अभिमान, तैसा रंक तैसा राजान। महाराज कहते जो वरताए साई जुगत नानक, ओह पुरख कही है जीवन मुकत। धन गुरु अर्जन देव पातशाह कहते हैं हे नानक असल दे विच ओ पुरख जीवन मुकत है। तो ऐसे पुरख दे धन गुरु अंगद दे पातशाह कहते असी चरना दे दास हाँ, खतरी शब्दं सूर शब्दं शूदर शब्दं प्राकृत है। धन गुरु अंगद दे पातशाह कहते खतरी का धर्म मन्निया जाता है कि बाहरों कोई हमलावर आया है उनका टाकरा करना, अपने लोगों की अपने देश की रखिया करनी, ये खतरी का कर्म मन्निया जाता रहा। ਅਤੇ ਸ਼ੂਦਰ ਦਾ ਧਰਮ ਮੰਨਿਆ ਜਾਂਦਾ ਸੀ कि दूजियां की सेवा करे। ये मनु सिमरतियां विच आम तौर पर सानू पढ़न नूं मिल जाता है। तो पर धन गुरु अंगद दे पातशाह कहते असी ना जोगी नूं अलग उपदेश दिता, ना ब्राह्मण नूं दिता, ना शूद्र नूं दिता, ना वैश्य नूं दिता, असी सारियां नूं उपदेश देने आ। सर्व शब्दं एक शब्दं जे को जाना भेओ। महाराज सच्चे पातशाह कहते असी तो सारियां नूं साझा उपदेश देने आ। सारियां दा मुख धर्म एक है, वो की है जे को जाना भेओ कि रब जी का सिमरन करो। उनके थौ का उनके घर का पता लगे, भाव उनकी हस्ती नूं असी संसार विच जीआं विच वसदा वेखीए। तो महाराज कहते जदों जीव परमात्मा की हस्ती नूं वेख लैंदा, नानक तां का दास है सोई निरंजन देव। नानक दास ऐसे भले पुरुषों के चरणों का दासरा बन गया, उनके चरणों के नाल जुड़ गया। तो उनके नाल जुड़ के अकाल पुरख परमात्मा वाहिगुरू की भगती करता पिया। अगला श्लोक धन गुरु अंगद देव पातशाह का। महाराज कहते ए कृष्ण सर्व देवा देव देवा ता आत्मा। देखो बाणी च शब्द आउंदा है राम जां नारायण जां कृष्ण जां मुरारी शब्द भी आउंदा है, मुरली धारे भी शब्द आउंदा है, माधवे शब्द आउंदा है। चेते रखिया जे इन्हां शब्दां नूं पात्र मन्निया गया है, पर गल सच्चे पातशाह ने निरंकार दी कीती है। उस राम दी कीती जिहड़ा राम सारियां विच रमिया होया है।
केवल एक दशरथ के पुत्र राम का जिक्र नहीं। पातशाह जी गल करते आ उस राम की जिहड़ा राम सारिਆਂ ਵਿੱਚ रमिया होया है, जिहड़ा घट घट मैं हर जू बसै संतन कहो पुकार का सिद्धांत दिंदा है, जिहड़ा इबै बिठल उबै बिठल बिठल बिन संसार नहीं का सिद्धांत दिंदा पिया। महाराज सच्चे पातशाह ने इत्थे केवल पात्र वरते ने इस शब्दां दे। महाराज ने गल की परमात्मा की, एक कृष्ण एक परमात्मा ही सारे देवतियां दा आत्मा, एक कृष्ण सर्वदेवा सारे देवी देवतियां दा आत्मा एक परमात्मा ही है। देव देवा तां आत्मा, देवियां ते देवतियां दा सब दा आत्मा निरंकार आप है। आत्मा वासुदेवस्या जे को जान भेव, नानक ताका दास है सोई निरंजन देव। जो मनुख प्रभु दे आत्मा दा भेद जान लेंदा है तो धन गुरु अंगद दे पातशाह कहंदे असी ऐसे भले पुरुषां दे चरनां दी धूड़ी लोचदे हां, बसदे हां। असी आप ऐसे बंदगी वालियां दे गुणां नूं गाउंदे हां। सतगुरु जी दे शब्द दी बरकत नूं वेखीए कदी आपां। ते महाराज कहंदे सतगुरु शब्द उजारू दीपा, बिन सिव अंधकार ते मंदर, रतन कोठड़ी खुली उनुपा। महाराज जी ने एक पात्र वरत के सानू गुरु साहब दे शब्द की महानता के नाल जोड़ना कीता। पातशाह किरपा करन साडे मनां विचों ये भरम निकलन, वख वख वखेवियां दे धर्म सच्चे पातशाह के शब्द की बरकत के जरिए दूर हो सकते हैं। जदों सारे भरम दूर होणगे असी एक कादर नूं जरे जरे विच वसदा वेखांगे, तां ही साडे सबना दे हो जाणगे। ये लोक सुखीए परलोक सुहेले, नानक हर प्रभ आपे मेले। शतनियां बिनतियां प्रवान जी, भुल चुक दी खिमा जी। वाहिगुरु जी का खालसा, वाहिगुरु जी की फतेह।